बिस्मिल्लाहिर्रहमानिर्रहीम अस्सलाम वालेकुम दोस्तों, की हाल चाल जी? ठीक ठाक हो? भाई बग्गे दे कोल असीं आ गए हैं ते भाई बग्गे दे अगे जनाब कोई 4 ਤੋਂ 5 सवाल ने जिन्हां दे असीं जवाब देना है क्योंकि WhatsApp मैसेज दोस्तां दे आए दे ने उन्हां दा जवाब देना जी। इस व्लॉग दे विच जनाब सब तो पहले सवाल होएगा जी, अंडा कौन सी मुर्गी ज़्यादा देती है, फीड वाली या मुर्गे वाली? दूसरा जो सवाल होएगा इस व्लॉग का वो होएगा जी, एक बोरी फीड की किन्ने आंडे दिंदी है? तीसरा जो सवाल होएगा जी वो होएगा जी, अंडा ओपन शैड दे विच मुर्गी ज़्यादा दिंदी है या फिर कंट्रोल शैड दे विच ज़्यादा दिंदी है? ठीक है जी। चौथा सवाल इस व्लॉग दे विच होएगा दोस्तों, मुर्गी जिहड़ी है वो सर्दी च अंडा ज़्यादा दिंदी है या गर्मी च अंडा ज़्यादा दिंदी है? पंजवां सवाल है जी, अंडा घट क्यों दिंदी है? अगर दिंदी है अंडा मुर्गी घट तो किस वजह तो दिंदी है? ये 5 सवाल ने जनाब इस व्लॉग दे विच सरकार इन्हां दा सवाल असीं भाई बग्गे दे अगे रखदे हैं, इन्हां दा जवाब भाई बग्गे कोल जनाब इस व्लॉग दे विच लवांगे और तुसीं कोशिश करनी है कि वीडियो जिहड़ी मुकम्मल वेखो ताकि 5 सवालों के जवाब तुहानूं मिल सकन। ठीक है ना, सवाल तुसीं सुन लेने, जवाब जिहड़े ने वो हुण भाई बग्गा जी देणगे। भाई बग्गा जी सब तो पहला सवाल है जी, अंडा कौन सी मुर्गी ज़्यादा दिंदी है, जिहड़ी मतलब कि फीड वाली ज़्यादा दिंदी है या वो दिंदी है मुर्गा जिहदे च मुर्गे रखे होण ज़्यादा दिंदी है? नहीं, फीड वाली ज़्यादा। फीड वाली ज़्यादा दिंदी है? की वजह? ਉਹਦੀ ਵਜ੍ਹਾ ਕਿ ਉਹਦੀ ਜਿਹੜੀ ਆ ਮੁਕਤਾਰ ਜਿਹੜੀ ਆ ਨੇ ਇੱਕੋ ਜਿਹੀ ਰਹਿੰਦੀ ਆ। ਅੱਛਾ, ਫੀਡ ਵਾਲੀ ਦੀ? ਆ ਫੀਡ ਵਾਲੀ ਦੀ ਠੀਕ ਹੈ। ਤੇ ਫੀਡ ਵਾਲੀ ਦੀ ਤੇ ਇਹ ਤੇ ਅਸੀਂ ਆਪਣੇ ਹੱਥਾਂ ਨਾਲ ਜਮੈਸ਼ ਕਰਕੇ ਵੇਖੀਆਂ ਨੇ, ਜਿਹੜੀ ਆ ਨਾ ਮੁਰਗੀ ਵਾਲੀ ਹੁੰਦੀ ਮੁਰਗੀ, ਹਾਂ, ਉਹ ਆਂਡਾ ਬਹੁਤ ਘੱਟ ਪਾਇਆ ਜਾਂਦਾ ਉਹਦੇ ਵਿੱਚ। ਅੱਛਾ। ਆਹੋ, ਤੇ ਲੇਕਿਨ ਉਹਦੇ ਵਿੱਚ ਫਾਇਦਾ ਵੀ ਬਹੁਤ ਘੱਟ ਹੁੰਦਾ ਵਾ। ਠੀਕ ਹੈ। ਫਾਇਦਾ ਜ਼ਿਆਦਾ ਹੁੰਦਾ ਫੀਡ ਵਾਲੀ ਵਿੱਚ। ਫੀਡ ਵਾਲੀ ਆ ਹੁੰਦੀ ਆ ਉਹਨੇ 70% ਦੀ ਆਂਡਾ 75 ਲਾਜ਼ਮੀ ਦੇਣਾ ਹੁੰਦਾ। ਲਾਜ਼ਮੀ ਦੇਣਾ ਹੁੰਦਾ, ਠੀਕ ਹੈ। ਉਹ ਦੂਸਰੀ ਜਿਹੜੀ ਆ 55 60 50 ਉਹ ਆਂਡਾ ਕਰਦੀ ਹੈ ਮੁਰਗੀ ਵਾਲੀ। ਠੀਕ ਹੈ। ਫੀਡ ਵਾਲੀ ਜਿਹੜੀ ਉਹ ਜ਼ਿਆਦਾ ਕਰਦੀ ਹੈ। ਠੀਕ ਹੋ ਗਿਆ। ਦੂਸਰਾ ਸਵਾਲ ਸਾਡਾ ਹੈਗਾ ਸੀ ਭਾਈ ਬੱਗਾ ਜੀ ਕਿ ਇੱਕ ਬੋਰੀ ਫੀਡ ਦੀ ਜਿਹੜੀ ਆ ਉਹ ਕਿੰਨੇ ਆਂਡੇ ਦੇ ਕੇ ਜਾਂਦੀ ਆ? 400 ਆਂਡਾ। 400 ਆਂਡਾ? 400 ਆਂਡਾ। ਕਿਸ ਤਰਤੀਬ ਨਾਲ? ਮਸਲਨ ਮਤਲਬ ਕਿ ਜਿਸ ਤਰਤੀਬ ਨਾਲ ਕਿ ਇੱਕ ਫੀਡ ਹੀ ਅਗਰ 100 ਮੁਰਗੀ ਨੂੰ ਪਾਈ ਜਾਵੇ ਨਾ, ਹਾਂ, ਤੇ ਤਾਂ ਵੀ ਉਹਨੇ 400 ਆਂਡਾ ਪੂਰਾ ਕਰ ਦਿੰਦੀ ਤੇ 400 ਮੁਰਗੀ ਨੂੰ ਪਾਈ ਜਾਏ ਨਾ, ਤੇ ਉਹਨੇ ਦਿਨ ਜ਼ਿਆਦਾ ਕੱਢੀ ਹੈਗੀ ਫੀਡ। ਆਂਡਾ ਜਿਹੜਾ ਉਹ 400 ਦੇ ਜਾਂਦੀ ਆ। ਅਗਰ ਮੁਰਗੀਆਂ 50 ਨੇ ਫਿਰ ਵੀ ਫੀਡ ਦਿਨ ਜ਼ਿਆਦਾ ਲੱਗ ਜਾਣਗੇ। ਦਿਨ ਜ਼ਿਆਦਾ ਲੱਗ ਜਾਣਗੇ ਫੀਡ ਨੂੰ, ਲੇਕਿਨ ਆਣੇ ਵੀ ਉਹਨੇ ਉਸੇ ਰੂਟੀਨ ਨਾਲ ਆਣੇ। ਉਸੇ ਰੂਟੀਨ ਨਾਲ ਆਣੇ। ਯਾਨੀ ਕਿ ਜਿਹੜੀ ਇੱਕ ਥੈਲਾ ਫੀਡ ਦਾ ਨਾ ਦੋਸਤੋ 6000 ਰੁਪਏ ਦਾ, ਜਿਹੜਾ ਆਂਡੇ ਵਾਲੀ ਖੁਰਾਕ ਦਾ ਥੈਲਾ ਹੈ ਨਾ ਉਹ 6000 ਰੁਪਏ ਦਾ। ਔਰ ਉਹ ਭਾਈ ਹੁਣੀ ਕਹਿੰਦੇ ਨੇ ਕਿ ਉਹ 6000 ਦਾ ਥੈਲਾ ਜਿਹੜਾ ਨਾ ਉਹ 400 ਆਂਡਾ ਦਿੰਦਾ ਜੇ। ਔਰ ਇੱਕ ਥੈਲਾ ਜਿਹੜਾ ਨਾ ਉਹ ਦੋਸਤੋ ਇਸ ਟਾਈਮ ਫੀਡ ਵਾਲਾ ਆ ਰਿਹਾ, ਖੁਰਾਕ ਆਂਡੇ ਦੇਣ ਵਾਲੀ ਫੀਡ ਜਿਹੜੀ ਹੈ ਨਾ ਉਹ ਥੈਲਾ ਆ ਰਿਹਾ 6000 ਰੁਪਏ ਦਾ। ਉਹ 6000 ਰੁਪਏ ਦਾ ਥੈਲਾ 400 ਆਂਡਾ ਦਿੰਦਾ ਜੇ। 6000 ਦਾ ਥੈਲਾ ਹੋਵੇ ਤੇ 400 ਆਂਡਾ ਹੋਵੇ ਤੇ ਭਾਈ ਬੱਗਾ ਜੀ ਅਗਰ 30 ਦੀ ਜ਼ਰੂਰਤ ਦਿੱਤੀ ਜਾਏ, 30 ਸਟਾਰਟਿੰਗ ਦੇ ਵਿੱਚ ਤੇ 12000 ਰੁਪਏ ਬਣਦਾ ਤੇ ਥੈਲਾ ਹੁੰਦਾ 6000 ਰੁਪਏ ਦਾ। ਕਿੰਨਾ? 6000 ਰੁਪਏ ਬਚ ਗਿਆ। ਅੱਛਾ ਭਾਈ। ਤੇ ਅਗਰ 40 ਦਾ ਹੋਵੇ ਤੇ 16000 ਥੈਲਾ ਫਿਰ 6000 ਦਾ ਹੀ ਆਉਣਾ। ਥੈਲਾ ਫਿਰ 6000 ਦਾ ਹੀ ਆਉਣਾ ਤੇ 10000 ਰੁਪਇਆ ਯਾਨੀ ਕਿ ਇੱਕ ਬੋਰੀ ਦੇ ਕੇ ਜਾ ਰਹੀ ਆ। ਸਟਾਰਟਿੰਗ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਬੋਰੀ ਥੈਲੇ ਦੀ ਜਿਹੜੀ ਹੈ ਨਾ, ਥੈਲਾ ਜਿਹੜਾ ਇੱਕ ਫੀਟ ਦਾ ਉਹ ਤੁਹਾਨੂੰ 6000 ਰੁਪਏ ਦੇਗਾ ਬਚਤ। ਤੇ ਜਦੋਂ ਸਟਾਰਟਿੰਗ ਮਤਲਬ ਮੌਸਮ ਬਦਲ ਜਾਣਾ, ਜੇ ਜ਼ਿਆਦਾ ਸਰਦੀਆਂ ਆਉਣੀ ਸ਼ੁਰੂ ਹੋਈ ਨੇ ਤੇ ਫਿਰ 40 ਰੁਪਏ ਦਾ ਆਂਡਾ ਵਿਕਣਾ ਤੇ ਫਿਰ ਤੁਹਾਨੂੰ ਇੱਕ ਥੈਲਾ ਜਿਹੜਾ 50 ਰੁਪਏ ਦਾ ਵਿਕਣਾ। ਉਹ ਇੱਕ ਥੈਲਾ ਫਿਰ ਤੁਹਾਨੂੰ 10000 ਰੁਪਏ ਦਾ ਬਚਤ ਦੇਗਾ, 11000 ਰੁਪਏ ਬਚਤ ਦੇਗਾ, 12000 ਰੁਪਏ ਵੀ ਬਚਤ ਦੇ ਕੇ ਜਾਏਗਾ। ਇਸ ਤਰ੍ਹਾਂ ਹੀ ਹੈ ਨਾ। ਤੇ ਦੋਸਤੋ ਗੱਲ ਇਸ ਤਰ੍ਹਾਂ ਹੈ ਕਿ ਕੰਮ ਇਹ ਵਾਲਾ ਬਹੁਤ ਅੱਛਾ ਹੈ, ਇਹਦੇ ਵਿੱਚ ਪ੍ਰੋਫਿਟ ਜਿਹੜੀ ਉਹ ਅੱਛੀ ਖਾਸੀ ਨਜ਼ਰ ਆ ਰਹੀ ਹੈ ਕਿਉਂਕਿ ਆਂਡਾ ਸਸਤਾ ਹੋਣਾ ਨਹੀਂ। ਮਗਰ ਦੇਖੋ ਅੱਗੇ ਅੱਲਾ ਦੀ ਸਬੁਰਦ ਦਾ ਕੀ ਹਾਲ ਹੈ। ਅਗਰ ਹੁਣ ਆਂਡਾ ਮਤਲਬ ਕਿ 25 ਰੁਪਏ ਦਾ ਆਂਡਾ ਨਾ ਬਲੈਲਰ ਤੇ ਫਿਰ ਜਿਹੜਾ ਦੂਸਰਾ ਦੇਸੀ ਉਹ 30 ਰੁਪਏ ਦਾ ਹੈ ਹੀ ਹੈ ਪੱਕਾ। ਇਸ ਤਰ੍ਹਾਂ ਹੀ ਗੱਲ ਆ। ਉਹ 30 ਰੁਪਏ ਦਾ ਆਂਡਾ ਪੱਕਾ ਜੀ। 30 ਰੁਪਏ ਦਾ ਪੱਕਾ। ਚਲੋ ਮੈਂ ਕਹਿੰਦਾ ਮਾੜੇ ਤੋਂ ਮਾੜੇ ਹਾਲਾਤ ਦੇ ਜਿਨ੍ਹਾਂ ਦੇ ਵਿੱਚ ਵੀ 30 ਰੁਪਏ ਦਾ ਤਾਂ ਵਿਕਣਾ ਹੀ ਵਿਕਣਾ ਨਾ। ਤੇ 30 ਰੁਪਏ ਦੇ ਵਿੱਚ ਅਗਰ ਤੁਸੀਂ 6000 ਲਾ ਕੇ 6000 ਕਮਾ ਲੋਗੇ ਤੇ ਜ਼ਬਰਦਸਤ। ਠੀਕ ਹੈ ਦੋਸਤੋ, ਮਤਲਬ ਕਿ ਇੱਕ ਮਹੀਨੇ ਦੇ ਵਿੱਚ ਸਮਝ ਜੀ ਅਗਰ 30 ਬੋਰੀਆਂ ਖਾਧੀਆਂ ਜਾਣ, ਅਗਰ ਤੁਹਾਡੀ ਤੁਸੀਂ ਆਪੇ ਹਿਸਾਬ ਕਰ ਲਓ, ਅੱਲਾ ਖੈਰ ਕੀਤੀ। 30 ਬੋਰੀਆਂ ਵਾਸਤੇ ਫਿਰ ਚੂਜ਼ਾ ਵੀ ਤਾਂ ਜ਼ਿਆਦਾ ਚਾਹੀਦਾ ਨਾ, ਮੁਰਗੀ ਤੇ ਜ਼ਿਆਦਾ ਚਾਹੀਦੀ ਹੈ ਨਾ। ਨਹੀਂ ਵੈਸੇ ਗੱਲ ਹਾਂ, ਗੱਲ ਅਸੀਂ ਕਰਨੇ ਕਿ ਜਿੰਨੇ ਤੁਸੀਂ ਮੁਰਗੀ ਜ਼ਿਆਦਾ ਪਾਓਗੇ, ਜਿੰਨੇ ਥੈਲੇ ਤੁਹਾਡੇ ਜ਼ਿਆਦਾ ਇਸਤੇਮਾਲ ਹੋਣਗੇ, ਉਹਨੇ ਮਤਲਬ ਕਿ ਫੀਡ ਦੇ ਪ੍ਰੋਫਿਟ ਜਿਹੜੀ ਤੁਹਾਨੂੰ ਆਏਗੀ। ਇਸ ਤਰ੍ਹਾਂ ਹੀ ਨਾ। ਇਸ ਤਰ੍ਹਾਂ ਹੀ ਭਾਈ ਉਹਨਾਂ ਨੇ ਕਿਹਾ ਜੀ ਇੱਕ ਥੈਲਾ ਫੀਡ ਦਾ 400 ਆਂਡਾ ਦੇ ਕੇ ਜਾਂਦਾ ਔਰ 400 ਆਂਡਾ ਜਿਹੜਾ ਉਹ ਸਾਨੂੰ ਇਸ ਟਾਈਮ 6000 ਰੁਪਏ ਬਚਤ ਦੇ ਰਿਹਾ। ਭਾਈ ਬਗੇ ਤੀਸਰਾ ਸਵਾਲ ਸਾਡਾ ਹੈਗਾ ਜੀ ਕਿ ਜਿਹੜਾ ਆਂਡਾ ਮਤਲਬ ਕਿ ਓਪਨ ਸ਼ੈਡ ਦੇ ਵਿੱਚ ਮੁਰਗੀ ਜ਼ਿਆਦਾ ਦਿੰਦੀ ਹੈ ਜਾਂ ਕੰਟਰੋਲ ਸ਼ੈਡ ਦੇ ਵਿੱਚ? ਗੱਲ ਇਸ ਤਰ੍ਹਾਂ ਹੁੰਦੀ ਆ ਕਿ ਕੰਟਰੋਲ ਸ਼ੈਡ ਵਿੱਚ ਜ਼ਾਹਰ ਹੈ ਜ਼ਿਆਦਾ ਹੀ ਆਂਡਾ ਦਿੱਤਾ ਜਾਂਦਾ। ਅੱਛਾ। ਅਗਰ ਕੰਟਰੋਲ ਸ਼ੈਡ ਦੇ ਵਿੱਚ ਇਹ ਹੁੰਦਾ ਕਿ ਟੈਂਪਰੇਚਰ ਇੱਕ ਜੈਸਾ ਰਹਿੰਦਾ ਵਾ। ਅੱਛਾ। ਉਹ ਗਰਮ ਹਵਾਵਾਂ ਹੋਣ ਜਾਂ ਠੰਡੀਆਂ ਹੋਣ, ਠੀਕ ਹੈ, ਉਹਦਾ ਟੈਂਪਰੇਚਰ ਇੱਕ ਹੀ ਜੈਸਾ ਜ਼ਾਹਰ ਕੰਟਰੋਲ ਸ਼ੈਡ ਦਾ ਆਂਡਾ ਤੇ ਨਾਲ ਨਹੀਂ ਹਿਲਦਾ। ਠੀਕ ਹੈ। ਉਹ ਆਂਡਾ ਯਾਦ ਦਿੱਤਾ। ਯਾਨੀ ਕਿ ਤੁਹਾਡਾ ਕਹਿਣ ਦਾ ਮਤਲਬ ਓਪਨ ਸ਼ੈਡ ਜਿਹੜੇ ਅਸੀਂ ਬਣਾਏ ਦੇ ਨੇ ਉਹਨਾਂ 'ਚ ਮੁਰਗੀ ਆਂਡਾ ਘੱਟ ਦਿੰਦੀ ਆ, ਜਿਹੜੇ ਆਂਡਾ ਛੱਡ ਜਾਂਦੀ ਹੈ ਵਿੱਚ ਵਫਾ ਪਾ ਜਾਂਦੀ ਆ। ਉਹ ਵਫਾ ਕਿਉਂ ਪਾਉਂਦੀ ਆ? ਵਫਾ ਇਸ ਵਾਸਤੇ ਕਿ ਬਾਹਰ ਦੀਆਂ ਆਬੋ ਹਵਾਵਾਂ ਉਹਦੇ ਹਿਸਾਬ ਨਾਲ ਜਿਹੜਾ ਨਾ
ਸਾਡੇ ਕੋਲ ਜਿਵੇਂ ਕੰਟਰੋਲ ਸ਼ੈਡ ਦੀਆਂ ਤਾਕਤਾਂ ਦਵਾਈਆਂ ਅਸੀਂ ਨਹੀਂ ਇਸਤੇਮਾਲ ਕਰ ਸਕਦੇ, ਠੀਕ ਹੈ, ਕਿਉਂਕਿ ਉਹ ਲੱਖਾਂ ਕਰੋੜਾਂ ਦਾ ਕਾਰੋਬਾਰ ਹੁੰਦਾ ਵਾ। ਠੀਕ ਹੈ, ਉਹਦਾ ਟੈਂਪਰੇਚਰ ਇੱਕ ਜੈਸਾ ਮੈਂ ਰੱਖਣਾ ਦਾ, ਉਹਨਾਂ ਨੇ ਉਸ ਕੋ ਸਿਰਫ ਕਾਰੋਬਾਰ ਆਂਡਾ ਅਸੀਂ ਓਪਨ ਸ਼ੈਡ 'ਚ ਲਾਪਰਵਾਹੀ ਕਰ ਲੈਂਦੇ ਆ। 10 ਦਿਨ ਆਂਡਾ ਲਿਆ ਤਾਂ 10 ਦਿਨ ਆਂਡਾ ਘੱਟ ਵੀ ਦੇਖਦੇ ਅਸੀਂ ਕਹਿੰਦੇ ਚਲ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਖੈਰ ਆ, ਠੀਕ ਹੈ, ਲੇਕਿਨ ਫਿਰ ਇੰਨੀ ਮੈਡੀਸਨ ਯੂਜ਼ ਨਹੀਂ ਕਰਦੇ। ਠੀਕ ਹੈ, ਇੱਕ ਉਹਨਾਂ ਨੂੰ ਤਾਂ ਲਗਾਤਾਰ ਕਰਨੀ ਕਰਨੀ ਆ। ਹਰ ਕੰਟਰੋਲ ਸ਼ੈਡ ਦੇ ਵਿੱਚ ਆਂਡਾ ਜ਼ਿਆਦਾ ਦਿੱਤਾ ਜਾਂਦਾ, ਜ਼ਿਆਦਾ ਮਿਲਦਾ 10% ਜ਼ਿਆਦਾ ਆਂਡਾ ਦਿੱਤਾ ਜਾਂਦਾ। ਜੀ ਭਾਈ ਬੱਗਾ ਜੀ ਕਹਿੰਦੇ ਨੇ ਕਿ ਜਨਾਬ ਕੰਟਰੋਲ ਸ਼ੈਡ ਦੇ ਵਿੱਚ ਜਿਹੜਾ 10% ਆਂਡਾ ਮੁਰਗੀ ਜ਼ਿਆਦਾ ਦਿੰਦੀ ਹੈ, ਕਿਉਂਕਿ ਉੱਥੇ ਵਫਾ ਨਹੀਂ ਹੁੰਦਾ, ਨਾਗਾ ਨਹੀਂ ਹੁੰਦਾ ਹੈਗਾ, ਟੈਂਪਰੇਚਰ ਇੱਕ ਜੈਸਾ ਰਹਿੰਦਾ, ਜਾਂ ਮੈਡੀਸਨ ਵਗੈਰਾ ਦਵਾਈਆਂ ਵਗੈਰਾ ਜਿਹੜੀ ਉਹ ਬਰਾਬਰ ਦੀਆਂ ਉਹ ਰੱਖ ਕੇ ਪਾਉਂਦੇ ਨੇ, ਇਸ ਤਰ੍ਹਾਂ ਹੀ ਹੈ ਨਾ। ਅਗਰ ਕੋਈ ਮਸਲਾ ਮਸਾਇਲ ਹੋ ਜਾਂਦਾ ਉਹ ਜਨਾਬ ਫਿਲ ਫੋਰ ਉਸੇ ਟਾਈਮ ਕੰਟਰੋਲ ਕਰਦੇ ਨੇ। ਲੇਕਿਨ ਓਪਨ ਸ਼ੈਡ ਵਾਲਿਆਂ ਨੂੰ ਪਤਾ ਨਹੀਂ ਚੱਲਦਾ ਹੈਗਾ ਕਿ ਕਿਸ ਵਜ੍ਹਾ ਤੋਂ ਆਂਡਾ, ਜਦੋਂ ਉਹਨਾਂ ਨੂੰ ਪਤਾ ਚੱਲਦਾ ਉਦੋਂ 3 4 5 ਦਿਨ ਗੁਜ਼ਰ ਜਾਂਦੇ ਨੇ, ਉਹੀ ਉਹ ਮਤਲਬ ਉਹ ਆਂਡੇ ਦੀ ਮਿਕਦਾਰ ਦੇ ਵਿੱਚ ਫਰਕ ਪੈ ਜਾਂਦਾ, ਇਸ ਤਰ੍ਹਾਂ ਹੀ ਨਾ। ਇਸ ਕਰਕੇ ਭਾਈ ਹੁਣ ਕਹਿੰਦੇ ਨੇ ਕਿ ਓਪਨ ਜਿਹੜੇ ਸ਼ੈਡ ਅਸੀਂ ਇਸਤੇਮਾਲ ਕਰ ਰਹੇ ਹਾਂ ਨਾ, ਉਹਨਾਂ 'ਚ ਆਂਡਾ ਮੁਰਗੀ ਘੱਟ ਦਿੰਦੀ ਆ 10%, ਤੇ 10% ਜਿਹੜਾ ਆਂਡਾ ਜ਼ਿਆਦਾ ਦਿੰਦੀ ਹੈ ਕੰਟਰੋਲ ਸ਼ੈਡ ਦੇ ਵਿੱਚ। ਇਹ ਸਵਾਲ ਸੀ ਸਾਡੇ ਇੱਕ ਦੋਸਤ ਦਾ, ਉਹਨਾਂ ਨੇ ਜਨਾਬ ਪੁੱਛਿਆ, ਅਸੀਂ ਉਹਨਾਂ ਦਾ ਭਾਈ ਬੱਗੇ ਕੋਲ ਲੈ ਕੇ ਜਵਾਬ ਤੁਹਾਨੂੰ ਦੇਤਾ। ਜੇ 5 ਸਵਾਲ ਇਸ ਵਲੌਗ ਦੇ ਵਿੱਚ ਅਸੀਂ ਭਾਈ ਬੱਗੇ ਅੱਗੇ ਰੱਖੇ ਨੇ, 5 ਸਵਾਲਾਂ ਦੇ ਜਨਾਬ ਅਸੀਂ ਅੱਜ ਜਵਾਬ ਲਵਾਂਗੇ। ਤੁਹਾਡੀ ਮਿਹਰਬਾਨੀ ਹੈ, ਤੁਸੀਂ ਜਨਾਬ ਵੀਡੀਓ ਨੂੰ ਮੁਕੰਮਲ ਵੇਖਣਾ। ਜੇ ਅਜੇ 3 ਸਵਾਲ ਹੋਏ ਨੇ, 2 ਸਵਾਲ ਅਜੇ ਅੱਗੇ ਹੈਗੇ ਨੇ, ਤੇ ਜਨਾਬ ਦੋਸਤੋ ਵੀਡੀਓ ਤੁਸੀਂ ਛੱਡਣੀ ਨਹੀਂ। ਅਗਰ ਵੀਡੀਓ ਅੱਛੀ ਲੱਗਦੀ ਹੈ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ, ਯਾਰਾਂ ਦੋਸਤਾਂ ਦੇ ਨਾਲ ਕਰਿਆ ਕਰੋ, ਜਿਹੜੇ ਲੋਕ ਇਸ ਕੰਮ ਦਾ ਸ਼ੌਕ ਰੱਖਦੇ ਨੇ ਉਹਨਾਂ ਨਾਲ ਸ਼ੇਅਰ ਕਰੋ, ਤਾਂ ਕਿ ਉਹਨਾਂ ਨੂੰ ਵੀ ਪਤਾ ਚੱਲੇ ਕਿ ਜਨਾਬ ਅਗਰ ਅਸੀਂ ਇਹ ਕੰਮ ਕਰੀਏ ਤੇ ਇਹਦੇ ਵਿੱਚ ਕਿਹੜੀ ਮੁਸ਼ਕਿਲਾਂ ਆਉਂਦੀਆਂ ਨੇ ਔਰ ਕਿਹੜੇ ਪ੍ਰੋਫਿਟ ਹੈਗੇ ਨੇ ਇਸ ਕਾਰੋਬਾਰ ਦੇ ਵਿੱਚ, ਆਂਡੇ ਵਾਲੀ ਮੁਰਗੀ ਦੇ ਵਿੱਚ। ਚੌਥਾ ਸਵਾਲ ਭਾਈ ਬੱਗਾ ਜੀ ਸਾਡਾ ਹੈਗਾ ਸੀ ਕਿ ਮੁਰਗੀ ਜਿਹੜੀ ਆ ਉਹ ਆਂਡਾ ਸਰਦੀਆਂ 'ਚ ਜ਼ਿਆਦਾ ਦਿੰਦੀ ਹੈ ਜਾਂ ਗਰਮੀਆਂ 'ਚ ਜ਼ਿਆਦਾ ਦਿੰਦੀ ਹੈ? ਆਂਡਾ ਬਹੁਤੀ ਸਰਦੀ 'ਚ ਵੀ ਆਂਡਾ ਘਟਾਈ ਹੁੰਦੀ ਆ, ਅੱਛਾ, ਤੇ ਬਹੁਤੀ ਗਰਮੀ 'ਚ ਵੀ ਆਂਡਾ ਘਟਾਈ ਹੁੰਦੀ ਹੈ। ਅੱਛਾ, ਉਹ ਕੀ ਇੱਕ ਵਜ੍ਹਾ? ਜੈਸਾ ਮੌਸਮ ਹੋਵੇ ਨਾ, ਇੱਕ ਜੈਸਾ ਮੌਸਮ ਹੋਵੇ ਆਂਡਾ ਜ਼ਿਆਦਾ ਦਿੰਦੀ ਆ। ਅੱਛਾ, ਆਂਡਾ ਜਦੋਂ ਸਟਾਰਟਿੰਗ ਕਰਦੀ ਹੈ ਨਾ 3 ਮਹੀਨੇ ਤੱਕ ਆਂਡਾ ਜ਼ਿਆਦਾ ਦਿੰਦੀ ਆ। ਤਾਂ ਜਦੋਂ ਭਰ ਸਰਦੀ ਆ ਜਾਂਦੀ ਤਾਂ ਜ਼ਾਹਰ ਆਂਡਾ ਸਰਦੀ ਦੀ ਵਜ੍ਹਾ ਤੋਂ ਘਟਾਈ ਦਾ, ਕੋਈ ਟੈਂਪਰੇਚਰ ਨਹੀਂ ਪੂਰਾ ਕੀਤਾ ਜਾਂਦਾ, ਠੀਕ ਹੈ, ਆਂਡਾ ਘਟਾਈ ਹੁੰਦੀ। ਠੀਕ ਹੈ, ਯਾਨੀ ਕਿ ਤੇ ਗਰਮੀ ਵਿੱਚ ਆਂਡੇ ਦਾ ਐਸਾ ਹੁੰਦਾ, ਗਰਮੀ ਸਟਾਰਟ ਹੋਏ ਤਾਂ ਆਂਡਾ ਜ਼ਿਆਦਾ ਗਰਮੀ 'ਚ ਤਾਂ ਦਿੱਤਾ ਜਾਂਦਾ, ਉਹਦਾ ਟੈਂਪਰੇਚਰ ਉਹਦੀ ਹੀਟ ਬਰਾਬਰ ਰਹਿੰਦੀ ਆ। ਤੇ ਜਦੋਂ ਬਹੁਤੀ ਗਰਮੀ ਸ਼ਦੀਦ ਗਰਮੀ ਪੈ ਜਾਏ ਤਾਂ ਫਿਰ ਜ਼ਾਹਰ ਉਹਨੇ ਆਂਡਾ ਛੱਡ ਹੀ ਜਾਣਾ ਹੁੰਦਾ, ਟੈਂਪਰੇਚਰ ਜ਼ਿਆਦਾ ਹੋ ਜਾਣਾ। ਉਹਨੂੰ ਕੰਟਰੋਲ ਕਰਨ ਵਾਸਤੇ ਸਾਡੇ ਕੋਲ ਕੰਮ ਔਜ਼ਾਰ ਹੀ ਕੋਈ ਨਹੀਂ ਹੋਣਾ ਨਾ, ਉਹ ਨਹੀਂ ਹੁੰਦਾ। ਲੇਕਿਨ ਦੋਸਤੋ ਇੱਕ ਚੀਜ਼ ਘਟ ਜਾਂਦੀ ਆ। ਹਾਂ, ਤੇ ਆਂਡਾ ਜ਼ਾਹਰ ਜਦੋਂ ਗਰਮੀ 'ਚ ਸਟਾਰਟਿੰਗ ਕਰਦੀ ਨਾ, ਉਦੋਂ ਹੀ ਆਂਡਾ ਹੀ ਜ਼ਿਆਦਾ ਦਿੰਦੀ ਆ। ਠੀਕ ਹੈ, ਜਦੋਂ ਆਂਡਾ ਗਰਮੀ 'ਚ ਤੁੰਨ ਕੇ ਦੇ ਦਿੰਦੀ 8ਵੇਂ ਮਹੀਨੇ ਤੋਂ ਲੈ ਕੇ 10ਵੇਂ 11ਵੇਂ ਮਹੀਨੇ ਤੱਕ, ਜੇ 12ਵੇਂ ਮਹੀਨੇ ਤੱਕ ਖਿੱਚ ਕੇ ਲੈ ਜਾਂਦੀ ਆ। ਠੀਕ ਹੈ, ਲੇਕਿਨ ਜਦੋਂ ਪਹਿਲੇ ਮਹੀਨੇ ਵਿੱਚ ਸਰਦੀ ਜ਼ਿਆਦਾ ਪੈਂਦੀ ਆ ਨਾ, ਤੇ ਥੋੜਾ ਆਂਡਾ ਘਟਾਈ ਜਾਂਦੀ ਆ। ਠੀਕ ਹੈ, ਤੇ ਲੇਕਿਨ ਕੰਟਰੋਲ ਸ਼ੈਡ ਹੋਵੇ ਤੇ ਫਿਰ ਸਰਦੀ ਵਿੱਚ ਆਂਡਾ ਜ਼ਿਆਦਾ ਦਿੱਤਾ ਜਾਂਦਾ। ਕੰਟਰੋਲ ਸ਼ੈਡ ਹੋਵੇ ਤੇ ਸਰਦੀ ਜ਼ਿਆਦਾ ਦਿੰਦੀ ਹੈ, ਕਿਉਂਕਿ ਉਹ ਕੰਟਰੋਲ ਹੋਈ ਜਾਂਦੀ। ਠੀਕ ਹੈ, ਤੇ ਗਰਮੀਆਂ ਵਿੱਚ ਜਰਾ ਨਾ ਆ ਕੇ ਆਂਡਾ ਘੱਟ ਦਿੱਤਾ ਜਾਂਦਾ। ਠੀਕ ਹੈ, ਗਰਮੀ ਦੀ ਵਜ੍ਹਾ ਤੋਂ ਆ ਕੇ ਕੰਮ ਮਸਲਾ ਖਰਾਬ, ਯਾਨੀ ਕਿ ਦੋਨੋਂ ਮੌਸਮ ਆਂਡਾ ਜ਼ਿਆਦਾ ਦਿੱਤਾ ਜਾਂਦਾ। ਦਰਮਿਆਨਾ ਮੌਸਮ ਹੋਏਗਾ ਉਹਦੇ ਆਂਡੇ ਜ਼ਿਆਦਾ ਦੇਗੀ। ਟੈਂਪਰੇਚਰ ਯਾਨੀ ਕਿ ਮਤਲਬ ਨਾ ਜ਼ਿਆਦਾ ਹੋਣਾ ਚਾਹੀਦਾ, ਹੀਟ ਜਿਹੜੀ ਆ ਜੀ ਭਾਈ ਜੀ ਕੈਪਨ ਦੇ ਵਿੱਚ ਜਿਹੜੀ ਤੁਹਾਡੀ ਹੀਟ ਆ ਨਾ, ਉਹ ਜਿਹੜੀ ਆ ਨਾ ਉਹ ਤੁਹਾਡੇ ਕੋਲ ਨਾ ਜ਼ਿਆਦਾ ਹੋਣੀ ਚਾਹੀਦੀ ਤੇ ਨਾ ਘੱਟ ਹੋਣੀ ਚਾਹੀਦੀ ਆ। ਅਗਰ ਤੁਸੀਂ ਆਂਡੇ ਦਾ ਕਾਰੋਬਾਰ ਕਰਨਾ ਤਾਂ ਟੈਂਪਰੇਚਰ ਜਿਹੜਾ ਤੁਹਾਡਾ ਬਿਲਕੁਲ 28 29 30 ਹੋਣਾ ਚਾਹੀਦਾ। ਇੰਨਾ ਕੁ ਟੈਂਪਰੇਚਰ ਤੁਹਾਡੇ ਕੋਲ ਗਰਮੀਆਂ 'ਚ ਵੀ ਹੋਣਾ ਚਾਹੀਦਾ, ਸਰਦੀਆਂ 'ਚ ਵੀ ਹੋਣਾ ਚਾਹੀਦਾ। ਸਰਦੀਆਂ 'ਚ ਅਗਰ ਟੈਂਪਰੇਚਰ ਘੱਟ ਆ ਤਾਂ ਤੁਸੀਂ ਹੀਟ ਭੱਠੀ ਲਾ ਕੇ ਤੇ ਤੁਸੀਂ ਹੀਟ ਪੂਰੀ ਕਰ ਸਕਦੇ ਹੋ। ਅਗਰ ਗਰਮੀਆਂ ਦੇ ਵਿੱਚ ਮਤਲਬ ਕੀ ਕਰਾਂਗੇ, ਗਰਮੀਆਂ ਦੇ ਵਿੱਚ ਅਗਰ ਹੀਟ ਜ਼ਿਆਦਾ ਹੋ ਜਾਂਦੀ ਹੈ ਤੇ ਫਿਰ ਪੱਖੇ ਲਾਣੇ ਪੈਣਗੇ। ਪੱਖੇ ਫਿਰ ਕਿਸ ਤਰ੍ਹਾਂ ਲਾਣੇ ਨੇ? ਪੱਖੇ ਅੰਦਰ ਰੱਖ ਕੇ ਬਾਹਰ ਨੂੰ ਹਵਾ ਕੱਢਣੀ ਪੈਂਦੀ ਹੈ। ਯਾਨੀ ਕਿ ਫਰਸ਼ੀ ਪੱਖੇ ਭਾਈ ਦੋਸਤੋ ਗੱਲ ਇਸ ਤਰ੍ਹਾਂ ਕਿ ਫਰਸ਼ੀ ਪੱਖੇ ਜਿਹੜੇ ਆ ਉਹ ਤੁਸੀਂ ਲਗਾ ਕੇ ਆਪਣੇ ਕੈਪਨ ਦੇ ਵਿੱਚ, ਲੋਕਾਂ ਨੇ ਪੈਡਲ ਲਾਏ ਦੇ ਨੇ, ਲੇਕਿਨ ਅਸੀਂ ਤਾਂ ਉਹ ਲਾ ਨਹੀਂ ਸਕਦੇ। ਵੱਡੇ ਜਿਹੜੇ ਪੱਖੇ ਹੁੰਦੇ ਨੇ ਲਾਏ ਉਹਨਾਂ ਨੇ। ਠੀਕ ਹੈ, ਬੜੇ ਗੈਸ ਬਾਹਰ ਨੂੰ ਕੱਢਦੇ ਨੇ, ਉਸ ਤਰ੍ਹਾਂ ਹੀ ਨਾ। ਇਸ ਤਰ੍ਹਾਂ ਅਗਰ ਤਾਂ ਤੁਸੀਂ ਉਹ ਲਗਾ ਸਕਦੇ ਹੋ, ਅਗਰ ਤੁਹਾਡਾ ਸ਼ੈੱਡ ਦੀ ਬਣਾਵਟ ਇਸ ਤਰੀਕੇ ਦੀ ਹੈ, ਅਗਰ ਤੁਸੀਂ ਉਹਨੂੰ ਲਗਾਉਣਾ ਚਾਹੋ ਤਾਂ ਲਗਾ ਸਕਦੇ ਹੋ। ਅਗਰ ਤੁਹਾਡੀ ਸ਼ੈੱਡ ਦੀ ਬਣਾਵਟ ਸਾਡੇ ਪਿੰਡਾਂ ਤਰ੍ਹਾਂ ਦੀ ਹੈ, ਸਾਡੇ ਭਾਈ ਬੱਗੇ ਤਰ੍ਹਾਂ ਦੀ, ਜਿਸ ਤਰ੍ਹਾਂ ਦੀ ਅਸੀਂ ਕੀਤੀ ਦੀ ਆ ਇਸ ਤਰ੍ਹਾਂ ਦੀ, ਤਾਂ ਫਿਰ ਤੁਸੀਂ ਜਨਾਬ ਫਰਸ਼ੀ ਪੱਖੇ ਜਿਹੜੇ ਘਰਾਂ 'ਚ ਲੱਗੇ ਆ ਨਾ, ਉਹਨਾਂ ਦਾ ਮੂੰਹ ਬਾਹਰ ਨੂੰ ਕੱਢ ਕੇ ਲਗਾ ਦਿਓ, ਤੇ ਤਾਂ ਕਿ ਤੁਹਾਡੀ ਜਿਹੜੀ ਹੀਟ ਹੈ ਨਾ ਅੰਦਰ ਦੀ ਉਹ 28 29 ਰਵੇ, ਇਸ ਤੋਂ ਜ਼ਿਆਦਾ ਨਾ ਹੋਵੇ। ਉਹ 28 29 ਤੋਂ ਥੱਲੇ ਰਹਿਣ ਵੀ ਨਹੀਂ ਦੇਣੀ। ਪੱਖੇ ਇਸ ਤਰੀਕੇ ਲਾਉਣੇ ਆ ਕਿ ਸਾਈਡਾਂ ਦੇ ਪਰਦੇ ਲਾ ਕੇ ਤੇ ਫਿਰ ਪੱਖਾ ਲਾਉਣਾ, ਜਿੱਥੇ ਉਹੀ ਪਰਦਾ ਲਾਉਣਾ ਜਿੱਥੋਂ ਪੱਖਾ ਹਵਾ ਬਾਹਰ ਕਰਨੀ। ਬਾਕੀ ਪਰਦੇ ਕਲੋਜ਼ ਕਰਦੇ ਨੇ, ਕਲੋਜ਼ ਕਰਦੇ ਫਿਰ ਅੰਦਰ ਜੇ ਗਿਆ, ਕਿਉਂਕਿ ਜਿੰਨੀ ਉਹ ਅੰਦਰੋਂ ਗੈਸ ਨਹੀਂ ਉਨੀ ਗੈਸ ਤਾਂ ਬਾਹਰੋਂ ਫਿਰ ਆਈ ਨਹੀਂ। ਅਗਰ ਪਰਦੇ ਡਾਊਨ ਹੋਏਗਾ ਤੇ ਜ਼ਾਹਰ ਹੈ ਫਿਰ ਉਹ ਪਰਦੇ ਲਾ ਦੇਣਗੇ ਤੇ ਫਿਰ ਅੰਦਰੋਂ ਗੈਸ ਨਿਕਲੇਗੀ, ਬਾਹਰ ਦੀ ਨਹੀਂ ਆਏਗੀ, ਬਾਹਰ ਦੀ ਗੈਸ ਅੰਦਰ ਨਹੀਂ ਆਏਗੀ, ਤੇ ਜਿਹੜੀ ਅੰਦਰ ਦੀ ਗੈਸ ਉਹ ਬਾਹਰ ਚਲੀ ਜਾਏਗੀ। ਇਸ ਤਰ੍ਹਾਂ ਹੀ ਨਾ, ਮਤਲਬ ਕਿ ਸਰਦੀ ਹੋਵੇ ਜਾਂ ਗਰਮੀ ਹੋਵੇ, ਟੈਂਪਰੇਚਰ ਦੀ ਵਜ੍ਹਾ ਤੋਂ ਆਂਡਾ ਮੁਰਗੀ ਦਿੰਦੀ ਆ। ਟੈਂਪਰੇਚਰ ਅਗਰ ਮਤਲਬ ਕਿ ਜ਼ਿਆਦਾ ਹੋ ਜਾਏਗਾ ਫਿਰ ਵੀ ਬ੍ਰੇਕ ਲੱਗ ਜਾਏਗੀ, ਅਗਰ ਟੈਂਪਰੇਚਰ ਘੱਟ ਹੈ ਤੇ ਫਿਰ ਵੀ ਬ੍ਰੇਕ ਲੱਗ ਜਾਏਗੀ। ਪੰਜਵਾਂ ਤੁਹਾਡਾ ਸਵਾਲ ਹੈਗਾ ਸੀ ਭਾਈ ਬੱਗੇ ਦੇ ਕੇ ਜਨਾਬ ਕਿ ਆਂਡਾ ਮੁਰਗੀ ਜਦੋਂ ਘੱਟ ਦਿੰਦੀ ਹੈ ਤੇ ਕਿਸ ਵਜ੍ਹਾ ਤੋਂ ਦਿੰਦੀ ਆ ਆਂਡਾ? ਹਾਂਜੀ, ਉਹ ਵਜ੍ਹਾ ਤੋਂ ਘੱਟ ਦਿੰਦੀ ਆ ਕਿ ਜਦੋਂ ਆਂਡਾ ਦੇਣਾ ਸ਼ੁਰੂ ਕਰਦੀਆਂ ਨੇ, ਠੀਕ ਹੈ, ਉਹਦੀ ਇਹ ਤਾਕਤ ਹੁੰਦੀ ਹੈ, ਉਹਦੇ ਅਸੀਂ ਜੋ ਵਿਟਾਮਿਨ ਨਹੀਂ ਨਾ ਪਾਉਂਦੇ
ਤੇ ਉਹਦੀ ਫਿਰ ਤਾਕਤ ਘਟ ਜਾਂਦੀ ਆ। ਠੀਕ ਹੈ। ਜਦੋਂ ਤਾਕਤ ਘਟ ਜਾਂਦੀ ਫਿਰ ਆਂਡਾ ਉਹਨੇ ਜ਼ਾਹਰ ਘਟਾਈ ਜਾਣਾ ਹੁੰਦਾ। ਘਟਾ ਜਾਣਾ, ਠੀਕ ਹੈ। ਆਂਡਾ ਸਿਰਫ ਤਾਂ ਉਸ ਸਮੇਂ ਹੁੰਦਾ ਕਿ ਜਦੋਂ ਤਾਕਤ ਇਹਨਾਂ ਪੂਰੀ ਰਹਿਣੀ, ਹੂੰ ਉਹਨੂੰ ਵਿਟਾਮਿਨ ਪਾਈ ਆ, ਉਹ ਤੇ ਆਂਡਾ ਰੋਕਦੀ ਨਹੀਂ, ਦਹੀਂ ਰੱਖਦੀ ਆ। ਠੀਕ ਹੈ। ਤੇ ਜਦੋਂ ਵਿਟਾਮਿਨ ਪਾਣੀ ਛੱਡ ਜਾਾਂਗੇ ਹੂੰ ਉਹਨੇ ਆਂਡਾ ਘਟਾਈ, ਘਟਾ ਦੇਣਾ, ਠੀਕ ਹੋ ਗਿਆ। ਸਿਰਫ ਉਹਦੀ ਤਾਕਤ ਦੀ ਗੱਲ ਹੁੰਦੀ ਹੈ। ਯਾਨੀ ਕਿ ਉਹਦੇ ਜਿਹੜੀ ਤਾਕਤ ਹੈ ਨਾ ਉਹ ਘੱਟ ਨਹੀਂ ਹੋਣ ਦੇਣੀ ਚਾਹੀਦੀ, ਉਹਦੇ ਪਿੱਛੇ ਖੁਰਾਕ ਵੀ ਅੱਛੇ ਤਰੀਕੇ ਨਾਲ ਹੋਣੀ ਚਾਹੀਦੀ ਆ। ਵਿਟਾਮਿਨ ਜਿਹੜੇ ਨੇ ਤਾਕਤ ਵਾਲੇ ਵਿਟਾਮਿਨ ਚਲਾਈ ਆ ਉਹ ਤਾਕਤ ਵਾਲੇ, ਤੇ ਆਂਡਾ ਦੇਣਾ ਹਟਦੀ ਨਹੀਂ ਹੈਗੀ। ਵਫਾ ਅਗਰ ਕੋਈ ਵਫਾ ਪਾਉਂਦੀ ਹੈ ਕੋਈ ਮਹੀਨਾ 2 ਮਹੀਨੇ? ਨਹੀਂ ਵਕਫਾ ਫਿਰ ਤੇ ਨਹੀਂ ਪਾਉਂਦੀ, ਫਿਰ ਤਾਂ ਲਗਾਤਾਰ ਹੀ ਦਿੰਦੀ ਰਹਿੰਦੀ ਹੈ। ਅੱਛਾ, ਕੋਈ ਚੰਦ ਮੁਰਗੀਆਂ ਨੇ ਵੀ 8 ਦਿਨਾਂ ਬਾਅਦ ਇੱਕ ਦੀ ਨਾਗਾ ਪਾਉਂਦੀ ਆ, ਉਹ ਕੋਈ ਐਸੀ ਗੱਲ ਨਹੀਂ। ਠੀਕ ਹੈ। ਲੇਕਿਨ ਉਹਦੀ ਤਾਕਤ ਬਰਕਰਾਰ ਰੱਖਣ ਵਾਸਤੇ ਫਿਰ ਜਿਹੜਾ ਨਾ ਉਹਨੂੰ ਵਿਟਾਮਿਨ ਜਿਹੜੇ ਪਾਉਂਦੇ ਰਹਿਣਾ ਚਾਹੀਦਾ। ਹਫਤੇ ਵਿੱਚ 3 ਦਿਨ ਤਾਂ ਲਾਜ਼ਮੀ ਚਲਾਓ। ਠੀਕ ਹੈ। 3 ਦਿਨ ਚਲਾਓ ਤੇ ਇਨਸ਼ਾਅੱਲਾ ਪਏ ਆਂਡਾ ਦੇਣਾ ਕਮਜ਼ੋਰ ਹੋਏਗੀ ਨਹੀਂ। ਕਮਜ਼ੋਰ ਜਦੋਂ ਆਂਡਾ ਦੇ ਕਮਜ਼ੋਰ ਹੋਏਗਾ ਮਹੀਨਾ ਉਹਨੇ ਲਾ ਕੇ ਤੇ ਫਿਰ ਦਾਰ ਨਾਲ ਵਕਫੇ ਪਾਣੇ ਸ਼ੁਰੂ ਕਰ ਦੇਣ। ਜ਼ਾਰਾ ਪਿੱਛੇ ਤੁਸੀਂ ਮਤਲਬ ਉਹਦੀ ਕੇਅਰ ਨਹੀਂ ਕਰੋਗੇ ਤੇ ਉਹਨੇ ਛੱਡ ਹੀ ਦੇਣੇ ਆਂਡੇ ਦੇਣੇ। ਹਾਂ, ਤੇ ਉਹ ਕੋਈ ਐਸੀ ਗੱਲ ਨਹੀਂ ਕਿ ਆਂਡੇ ਛੱਡਦੀ ਨਹੀਂ, ਲੇਕਿਨ ਸਿਰਫ ਮਜ਼ਾ ਹੁੰਦਾ ਮਸਲਾ ਕਿ ਜਾਂ ਇਹਦੀ ਖੁਰਾਕ ਇਹਦਾ ਬਦਲ ਦਿੰਨੇ ਆ ਤੇ ਤਾਂ ਆਂਡੇ ਘਟਾਈ ਜਾਂਦੀ ਆ। ਠੀਕ ਹੈ। ਇੱਕ ਟਾਈਮ ਹੁੰਦੀ ਹੈ ਕੰਪਨੀ ਸਾਨੂੰ ਫੀਡ ਮਿਲ ਜਾਂਦੀ ਆ ਤੇ ਉਹਦੇ ਨਾਲ ਆਂਡੇ ਦਿੰਦੀ ਰਹਿੰਦੀ ਆ, ਤੇ ਜਦੋਂ ਦੂਸਰੀ ਕੰਪਨੀ ਦੀ ਫੀਡ ਪਾਵਾਂਗੇ ਨਾ, ਠੀਕ ਹੈ, ਤੇ ਫਿਰ 2-4 ਦਿਨ ਵਕਫਾ ਲੈ ਜਾਂਦੀ ਆ। ਉਹ ਫੀਡ ਜਦੋਂ ਜਿਸਮ ਦੇ ਨਾਲ ਅਟੈਚ ਹੁੰਦੀ ਆ ਨਾ, ਠੀਕ ਹੈ, ਜੋ ਉਹਨੇ ਤਾਕਤ ਆਪਣੇ ਫੜਨੀ ਹੁੰਦੀ ਆ ਤੇ ਉਹਦੇ ਨਾਲ ਸੰਬੰਧ ਜੀ ਆ, ਉਹ ਫਿਰ ਆਂਡੇ ਦਾ ਵਿੱਚ ਫਰਕ ਆ ਜਾਂਦਾ। ਠੀਕ ਹੈ। ਤੇ ਕੋਈ ਐਸੀ ਗੱਲ ਨਹੀਂ ਦੋਸਤੋ, ਤੁਸੀਂ ਇਸ ਤਰ੍ਹਾਂ ਕੋ ਆਂਡਾ ਘਟਾਉਂਦੀ ਨਹੀਂ, ਸਿਰਫ ਸਾਡੀ ਆਪਣੀ ਲੇਕਿਨ ਜਿਹੜੀ ਪੱਠੀ ਹੁੰਦੀ ਆ ਨਾ, ਉਹ ਆਂਡਾ ਲਗਾਤਾਰ ਹੀ ਦੇਈ ਰੱਖਦੇ, ਉਹਨੂੰ ਥੋੜੀ ਤਾਕਤ ਵੀ ਮਿਲੇ ਤੇ ਉਹ 'ਚ ਤਾਕਤ ਜਿਸਮ 'ਚ ਵੈਸੇ ਬੜੀ ਹੁੰਦੀ ਆ। ਠੀਕ ਹੈ। ਆਂਡਾ ਉਹ ਮੁਰਗੀ ਛੱਡਦੀ ਆ ਕਿ ਜਿਹੜੀ ਦਸਾਲਾ ਹੋ ਜਾਂਦੀ ਆ, ਹਾਂਜੀ 2 ਸਾਲ ਜਿਹੜੀ ਪੁਰਾਣੀ ਹੋ ਜਾਂਦੀ ਆ। ਠੀਕ ਹੈ। ਤੇ ਜਿਹੜੀ ਨਵੀਂ ਮੁਰਗੀ ਆ ਨਾ, ਇਹਦਾ ਇਹੋ ਹੀ ਕੰਮ ਆ, ਇਹਦੇ ਕੋਲ 6 ਮਹੀਨੇ 7 ਮਹੀਨੇ ਆਂਡਾ ਲਵੋ, ਅੱਗੇ ਇਹਨੂੰ ਸੇਲ ਕਰ ਦਿਓ। ਠੀਕ ਹੈ। ਸੇਲ ਨਾ ਕਰੋ, 3 ਮਹੀਨੇ ਹੋਰ ਲੈਣਾ ਤੇ ਹੈਚਰੀ ਨਾਲ ਅਟੈਚ ਕਰਕੇ ਲੈ ਲਓ, ਹਾਂ, ਤੇ ਫਿਰ ਉਹ ਪੈਸੇ ਵੀ ਚੰਗੇ ਪੂਰੇ ਕਰ ਜਾਂਦੇ ਤੇ ਆਪਣੀ ਜਿਹੜੀ ਰਕਮ ਆ ਨਾ ਉਹ ਵੀ ਪੂਰੀ ਕਰ ਜੇ। ਯਾਨੀ ਕਿ ਜਿੰਨੀ ਦੇਰ ਤੱਕ ਤੁਹਾਡਾ ਆਂਡਾ ਮਾਰਕੀਟ ਦੇ ਵਿੱਚ ਵਿਕਦਾ ਆ, ਪਰਚੋਂ ਤੇ ਤੁਹਾਡਾ ਵਿਕਦਾ, ਦੁਕਾਨਾਂ ਤੇ ਜਿੱਦਾਂ ਲੋਕ ਲੈ ਕੇ ਜਾਂਦੇ ਨੇ, ਉਨੀ ਦੇਰ ਤੱਕ ਨਹੀਂ ਤੁਸੀਂ ਉਹਦੇ ਕੋਲ ਆਂਡਾ ਲਵੋ। ਅਗਰ ਤੁਹਾਡਾ ਮਜ਼ੀਦ ਦਿਲ ਕਰਦਾ ਕਿ ਅਸੀਂ ਮੁਰਗੀ ਸਾਡੇ ਆਂਡਾ ਠੀਕ ਦੇ ਰਹੀ ਆ ਤੇ ਅਸੀਂ ਜ਼ਾਇਆ ਜ਼ਰੂਰੀ ਕਰਨੀ ਆ, ਤੇ ਫਿਰ ਤੁਸੀਂ ਉਹਦੇ ਵਿੱਚ ਕੋਈ 7-8-10 ਮੁਰਗੇ ਰੱਖੋ। ਆਹੋ, ਜਿੰਨੇ ਕਿ ਮਤਲਬ ਕਿ 100 ਮੁਰਗੇ ਲਈ 10 ਮੁਰਗੇ ਚਾਹੀਦੇ ਨੇ, ਉਹਨੇ ਕਿ ਤੁਸੀਂ ਉਹਦੇ ਵਿੱਚ ਮੁਰਗੇ ਰੱਖ ਕੇ ਤੇ ਹੈਚਰੀਆਂ ਨਾਲ ਰਾਬਤਾ ਕਰ ਲਓ। ਹੈਚਰੀਆਂ ਨਾਲ ਰਾਬਤਾ ਕਰ ਲਓ, ਕਿਉਂਕਿ ਆਂਡਾ ਤੁਹਾਡਾ ਲੈਂਦੇ ਨੇ ਤਾਂ ਠੀਕ ਨਹੀਂ। ਅਗਰ ਨਹੀਂ ਤੇ ਮਹੀਨਾ ਡੇਢ ਜਾਣਾ ਉਹਦੇ ਕੋਲ ਇਜ਼ਾਫੀ ਆਂਡੇ ਲੈ ਕੇ, ਨਹੀਂ ਤੁਹਾਡੇ ਵਿਕਦੇ ਇਜ਼ਾਫੀ ਆਂਡੇ ਲੈ ਕੇ ਉਹ ਸਟਾਕ ਕਰ ਲਓ। ਅੱਛਾ, ਤੇ ਬਾਅਦ ਚੋਂ ਆਸਤਾ ਆਂਡੇ ਉਹ ਵੀ ਵਿਕਣੇ ਸ਼ੁਰੂ ਹੋ ਜਾਂਦੇ ਨੇ। ਠੀਕ ਹੈ। ਮੁਰਗੀ ਵੇਚ ਦੋ, ਉਹ ਤੁਹਾਡਾ ਮਹੀਨਾ ਹੋਰ ਵੀ ਲੰਘ ਜਾਏਗਾ ਆਂਡਿਆਂ ਦਾ। ਠੀਕ ਹੈ। ਉਹ ਤੁਹਾਡੇ ਗਾਹਕ ਲੱਗੇ ਹੋਣੇ ਨੇ ਬਿਲਕੁਲ। ਪਹਿਲੇ ਜਿੰਨਾ ਕੋ ਸਟਾਕ ਮੁੱਕ ਜਾਣਾ, ਆ ਕੇ ਫਿਰ 1-2 ਪੇਟੀਆਂ ਮੰਗਣੀਆਂ ਨੇ। ਠੀਕ ਹੈ। ਫਿਰ ਤੁਸੀਂ ਦੇਈ ਜਾਓ ਤਾਂ ਤੁਹਾਡਾ ਵੀ ਕੰਮ ਚੱਲ ਜਾਏਗਾ। ਉਹ ਜੇ ਮਹੀਨਾ ਡੇਢ ਤੁਸੀਂ ਆਂਡੇ ਇਜ਼ਾਫੀ ਲੈਣੇ ਨਾ, ਉਹ ਵੀ ਤੁਹਾਡੀ ਇੱਕ ਪ੍ਰੋਫਿਟ ਹੋਣੀ ਹੈ। ਪ੍ਰੋਫਿਟ ਹੀ ਹੋਣੀ ਹੈ, ਬਿਲਕੁਲ ਇਸ ਤਰ੍ਹਾਂ ਹੀ ਹੈ। ਤੇ ਇਸ ਵਾਸਤੇ ਕਿ ਹੁਣ ਕਹਿੰਦਾ ਬੰਦਾ ਕਹਿੰਦਾ ਜੇ ਹੁਣ ਆਂਡੇ ਨਹੀਂ ਵਿਕਦੇ ਛੱਡ ਦਈਏ, ਨਹੀਂ ਉਹਦੇ ਕੋਲ ਫੇਰ ਮਹੀਨਾ ਇੱਕ ਆਂਡੇ ਲੈ ਲਵੋ ਉਸ ਬਾਅਦ ਨੂੰ ਸੇਲ ਕਰ ਦਿਓ। ਅੱਜ ਨਹੀਂ ਤਾਂ ਨਹੀਂ ਸੇਲ ਹੁੰਦੀ ਮੁਰਗੀ ਤੁਹਾਡੀ, ਉਨੀ ਤਾਂ ਆਂਡਾ ਲੈਂਦੇ ਰਹੋ, ਆਂਦੇ ਰਹਿੰਦੇ ਇਸ ਤਰ੍ਹਾਂ ਹੀ ਨਾ। ਹੁਣ ਆਂਡੇ ਵਾਲੀ ਫੀਡ ਪਾਣੀ ਨਹੀਂ ਛੱਡਣੀ। ਆਂਡੇ ਵਾਲੀ ਫੀਡ ਪਾਣੀ ਛੱਡ ਉਹ ਤਾਕਤ ਘਟ ਜਾਏਗੀ, ਘਟਾ ਜਾਏਗੀ, ਆਂਡਾ ਘਟਾ ਜਾਏਗੀ। ਠੀਕ ਹੈ। ਅਸੀਂ ਇਸ ਤਰ੍ਹਾਂ ਕਰਨਾ ਕਿ ਯਾਰ ਆਂਡਾ ਨਹੀਂ ਵਿਕਦਾ ਪਿਆ ਤੇ ਉਹਨੂੰ ਕਣਕ ਬਾਜਰਾ ਪਾ ਦਿੰਨੇ ਆ। ਠੀਕ ਹੈ। ਆਂਡੇ ਵਾਲੀ ਫੀਡ ਤਾਂ ਲੱਗੀ ਹੁੰਦੀ ਹੈ ਮੁਰਗੀ, ਉਹ ਪਾਣਾ ਛੱਡ ਦਿੰਨੇ ਆ ਤੇ ਫਿਰ ਆਂਡਾ ਘਟਾ ਜਾਂਦੀ। ਠੀਕ ਹੈ। ਤੇ ਬਾਅਦ ਫਿਰ ਉਹਨੂੰ ਫੀਡ ਪਾਵਾਂਗੇ ਤੇ ਫਿਰ ਉਹਨੂੰ ਕੋਈ ਵਕਫਾ ਕਰ ਦੇਗਾ ਤੇ 15-20 ਦਿਨਾਂ 'ਚ ਫਿਰ ਉਹਨੇ ਆਪਣੇ ਲੈਵਲ ਤੇ ਆਉਣਾ, ਆਪਣੇ ਲੈਵਲ ਤੇ ਫਿਰ ਉਹਨੇ ਆਂਡਾ ਦੇਣਾ। ਹਾਂ, ਠੀਕ। ਆਂਡੇ ਦੀ ਕੋਈ ਐਸੀ ਗੱਲ ਨਹੀਂ, ਆਂਡਾ ਦਾ ਕਾਰੋਬਾਰ ਮਾੜਾ ਹੈ ਹੀ ਨਹੀਂ। 2 ਮਹੀਨੇ ਮੁਰਗੀ ਆਂਡਾ ਦੇ ਜਾਂ ਮਹੀਨਾ ਇੱਕ ਤੇ ਪੈਸੇ ਪੂਰੇ ਕਰ ਜਾਂਦੀ ਹੈ ਜੀ। ਦੋਸਤੋ 5 ਸਵਾਲ ਸੀ ਇਸ ਵਲੌਗ ਦੇ ਵਿੱਚ, ਜਿਹਦਾ ਕਿ ਭਾਈ ਬੱਗੇ ਕੋਲ ਅਸੀਂ ਜਵਾਬ ਲੈਣਾ ਸੀ। ਪਹਿਲਾ ਸਵਾਲ ਹੈਗਾ ਸੀ ਕਿ ਆਂਡਾ ਕਿਹੜੀ ਮੁਰਗੀ ਜ਼ਿਆਦਾ ਦਿੰਦੀ ਆ, ਫੀਡ ਵਾਲੀ ਜਾਂ ਮੁਰਗੇ ਜਿਹਦੇ ਵਿੱਚ ਮੁਰਗੇ ਰੱਖੇ ਜਾਂਦੇ ਨੇ। ਭਾਈ ਉਹਨਾਂ ਦੱਸਿਆ ਕਿ ਜਨਾਬ ਫੀਡ ਵਾਲੀ ਜਿਹੜੀ ਮੁਰਗੀ ਆ ਉਹ ਜ਼ਿਆਦਾ ਆਂਡਾ ਦਿੰਦੀ ਆ। ਫਿਰ ਦੂਸਰਾ ਸਵਾਲ ਸੀ ਸਾਡਾ ਕਿ ਇੱਕ ਬੋਰੀ ਫੀਡ ਦੀ ਜਿਹੜੀ ਆ ਨਾ ਉਹ ਕਿੰਨੇ ਆਂਡੇ ਦੇ ਕੇ ਜਾਂਦੀ ਆ, ਤੇ ਭਾਈ ਉਹਨਾਂ ਨੇ ਦੱਸਿਆ ਕਿ ਜਨਾਬ ਇੱਕ ਬੋਰੀ ਫੀਡ ਦੀ ਜਿਹੜੀ ਆ ਉਹ 400 ਆਂਡਾ ਦੇ ਕੇ ਜਾਂਦੀ ਆ। ਉਹ ਚਾਹੇ ਮੁਰਗੇ ਤੁਹਾਡੇ 50 ਨੇ, 100 ਆ, 200 ਆ, 400, 500, ਜਦੋਂ ਉਹਨੇ 1000 ਬੋਰੀ ਪੂਰੀ ਬੋਰੀ ਖਾ ਲੈਣੀ ਆ ਨਾ, ਉਹ ਤੁਸੀਂ ਦੇਖ ਲੈਣਾ ਕਿ ਉਹਨੇ ਪੂਰੀ ਬੋਰੀ ਦੇ ਵਿੱਚ ਆਂਡੇ ਖਾਂਦੇ ਉਹਨੇ ਆਂਡੇ ਕਿੰਨੇ ਦਿੱਤੇ ਨੇ। ਯਾਨੀ ਕਿ ਭਾਈ ਉਹਨੇ ਦੱਸਿਆ ਕਿ 400 ਆਂਡਾ ਦੇ ਕੇ ਜਾਂਦੀ ਆ। ਅਗਰ 400 ਆਂਡਾ ਦੇਵੇ ਨਾ ਤੇ ਇੱਕ ਬੋਰੀ ਫੀਡ ਦੀ ਜਿਹੜੀ 6000 ਰੁਪਏ ਦੀ ਆ ਰਹੀ ਹੈ। ਅਗਰ 30 ਰੁਪਏ ਦਾ ਆਂਡਾ ਇਹਨਾਂ ਤੇ 12000 ਰੁਪਏ ਬਣਦਾ, ਤੇ 12000 ਰੁਪਏ ਚ 6000 ਕੱਢ ਲਓ ਤੇ ਮਗਰ 6000 ਰੁਪਏ ਬਚਤ ਆਉਂਦੀ ਆ। ਬਾਅਦ ਵਿੱਚ ਅਗਰ 40 ਰੁਪਏ ਦਾ ਵੀ ਆਂਡਾ ਵਿਕਣਾ ਤੇ ਫਿਰ 10000 ਰੁਪਏ ਬਚਤ ਆਉਂਦੀ ਹੈ। ਯਾਨੀ ਕਿ ਇੱਕ ਬੋਰੀ ਜਿਹੜੀ ਹੈ ਸਾਨੂੰ ਅੱਧੋਂ ਨਾਲ ਜ਼ਿਆਦਾ ਪੈਰਾਫਰ ਦੇ ਕੇ ਜਾਂਦੀ ਆ। ਤੀਸਰਾ ਸਾਡਾ ਸਵਾਲ ਹੈਗਾ ਸੀ ਭਾਈ ਉਹਨਾਂ ਨੇ ਕਿ ਆਂਡਾ ਜਿਹੜੀ ਮੁਰਗੀਆਂ ਆਂਡਾ ਦਿੰਦੀਆਂ ਨੇ ਉਹ ਓਪਨ ਸ਼ੈਡ 'ਚ ਜ਼ਿਆਦਾ ਦਿੰਦੀਆਂ ਨੇ ਜਾਂ ਕੰਟਰੋਲ ਸ਼ੈਡ 'ਚ ਦਿੰਦੀਆਂ ਨੇ। ਭਾਈ ਉਹਨਾਂ ਨੇ ਦੱਸਿਆ ਕਿ ਜਨਾਬ ਕੰਟਰੋਲ ਸ਼ੈਡ ਦੇ ਵਿੱਚ ਜ਼ਿਆਦਾ ਆਂਡਾ ਦਿੰਦੀਆਂ ਨੇ। ਉਹਦੀ ਵਜ੍ਹਾ ਕੀ ਆ ਕਿ ਟੈਂਪਰੇਚਰ ਬਰਾਬਰ ਰਹਿੰਦਾ, ਟੈਂਪਰੇਚਰ ਮਤਲਬ ਹੀਟ ਨਾ ਘੱਟ ਹੁੰਦੀ ਨਾ ਵੱਧ ਹੁੰਦੀ, ਟੈਂਪਰੇਚਰ ਦੀ ਵਜ੍ਹਾ ਤੋਂ ਜਨਾਬ ਆਂਡਾ 10% ਮੁਰਗੀ ਜ਼ਿਆਦਾ ਦਿੰਦੀ ਆ। ਚੌਥਾ ਸਵਾਲ ਸਾਡਾ ਹੈਗਾ ਸੀ ਭਾਈ ਅੱਗੇ ਕਿ ਜਨਾਬ
ਮੁਰਗੀ ਆਂਡਾ ਸਰਦੀ 'ਚ ਜ਼ਿਆਦਾ ਦਿੰਦੀ ਹੈ, ਗਰਮੀ 'ਚ ਦਿੰਦੀ ਹੈ। ਭਾਈ ਉਹਨੂੰ ਦੱਸਿਆ ਕਿ ਨਾਮ ਜ਼ਿਆਦਾ ਸਰਦੀ ਹੋਵੇ ਤੇ ਫਿਰ ਵੀ ਆਂਡਾ ਘੱਟ ਦਿੰਦੀ ਹੈ, ਜ਼ਿਆਦਾ ਗਰਮੀ ਹੋਵੇ ਤੇ ਫਿਰ ਵੀ ਆਂਡਾ ਘੱਟ ਦਿੰਦੀ ਆ। ਇਸ ਕਰਕੇ ਟੈਂਪਰੇਚਰ ਦੀ ਵਜ੍ਹਾ ਤੋਂ ਨਾਮ ਆਂਡਾ ਟੈਂਪਰੇਚਰ ਬਰਾਬਰ ਰਹੇਗਾ, ਠੀਕ ਹੈ, 28-29 ਰਹੇਗਾ ਤਾਂ ਉਹਦੀ ਵਜ੍ਹਾ ਤੋਂ ਆ ਕੇ ਆਂਡਾ ਮੁਰਗੀ ਦੇਣਾ ਬੰਦ ਨਹੀਂ ਕਰੇਗੀ, ਮੁਸਲਸਲ ਦਿੰਦੀ ਰਹੇਗੀ। ਇਸ ਕਰਕੇ ਉਹਨਾਂ ਦੱਸਿਆ ਕਿ ਨਾਮ ਗਰਮੀਆਂ 'ਚ ਵੀ ਆਂਡੇ ਦੀ ਮਕਦਾਰ ਠੀਕ ਰਹਿੰਦੀ ਹੈ, ਸਰਦੀਆਂ 'ਚ ਵੀ ਠੀਕ ਰਹਿੰਦੀ ਹੈ, ਲੇਕਿਨ ਜ਼ਿਆਦਾ ਗਰਮੀ ਹੋ ਜਾਏ ਤਾਂ ਫਿਰ ਵੀ ਆਂਡੇ 'ਚ ਕਮੀ ਆ ਜਾਂਦੀ ਹੈ, ਜ਼ਿਆਦਾ ਗਰਮੀ ਹੋ ਜਾਏ ਤਾਂ ਫਿਰ ਵੀ ਕਮੀ ਆ ਜਾਂਦੀ ਹੈ। ਪੰਜਵਾਂ ਸਾਡਾ ਸਵਾਲ ਸੀ ਭਾਈ ਉਹਨਾਂ ਨੇ ਕਿਹਾ ਕਿ ਜਨਾਬ ਮੁਰਗੀ ਆਂਡਾ ਜਦੋਂ ਘਟਾ ਦਿੰਦੀ ਹੈ ਤਾਂ ਉਹਦੀ ਵਜ੍ਹਾ ਕੀ ਹੁੰਦੀ ਹੈ। ਉਹ ਵੀ ਵਜ੍ਹਾ ਇਹੀ ਦੱਸੀ ਹੈ ਕਿ ਜਨਾਬ ਹੀਟ, ਤੇ ਦੂਸਰੀ ਵਜ੍ਹਾ ਨੇ ਦੱਸੀ ਹੈ ਕਿ ਜਨਾਬ ਵਿਟਾਮਿਨ ਵਗੈਰਾ, ਤਾਕਤ ਵਗੈਰਾ, ਇਹ ਖੁਰਾਕ ਦੱਸੀ ਉਹਨਾਂ ਨੇ ਕਿ ਖੁਰਾਕ ਪੂਰੀ ਰੱਖੋਗੇ ਤੇ ਵਿਟਾਮਿਨ ਵਗੈਰਾ ਨਾਲ ਉਹਨਾਂ ਤੇ ਚਲਾਉਂਦੇ ਰਹੋਗੇ ਤਾਕਤ ਵਾਲੇ ਤੇ ਫਿਰ ਆਂਡਾ ਨਹੀਂ ਘਟਾਏਗੀ। ਅਗਰ ਵਿਟਾਮਿਨ ਨਹੀਂ ਤੁਸੀਂ ਚਲਾਓਗੇ ਤਾਕਤ ਵਾਲੇ ਤੇ ਆਂਡਾ ਦੇ ਕੇ ਕਮਜ਼ੋਰ ਹੋ ਜਾਏਗੀ, ਜਿਹਦੀ ਵਜ੍ਹਾ ਤੋਂ ਆ ਕੇ ਫਿਰ ਆਂਡਾ ਦੇਣਾ ਬੰਦ ਕਰ ਦਿੰਦੀ ਆ। ਇਹਦੀ ਵਜ੍ਹਾ ਤੋਂ ਆ ਕੇ ਆਂਡਾ ਘੱਟ ਮੁਰਗੀ ਦਿੰਦੀ ਹੈ। ਇਸ ਵਾਸਤੇ ਕਿ ਤੁਸੀਂ ਜਦੋਂ ਵੀ ਮੁਰਗੀ ਪਾਣੀ ਆ, ਖੁਰਾਕ ਦੇ ਜਿਹੜੇ ਤੁਹਾਨੂੰ ਦੱਸਿਆ ਕਿ 100 ਗ੍ਰਾਮ ਜਿਹੜੀ ਮੁਰਗੀ ਖੁਰਾਕ ਖਾਂਦੀ ਹੈ ਇੱਕ ਦਿਨ ਦੇ ਵਿੱਚ, ਉਹ ਬਰਾਬਰ ਤੋਂ ਮੇਨ ਤੋਲ ਕਰਕੇ ਪਾਣੀ ਆ। ਔਰ ਜਿਹੜੇ ਉਹਨਾਂ ਵਿਟਾਮਿਨ ਭਾਈ ਉਹਨਾਂ ਨੇ ਦੱਸੇ ਨੇ ਕਿ ਤਾਕਤ ਵਾਲੇ ਵਿਟਾਮਿਨ ਜਿਹੜੇ ਹੁੰਦੇ ਹਨ, ਵਿਟਾਮਿਨ ਕਿਹੜੇ ਹੋਣ, ਵਿਟਾਮਿਨ ਹੁੰਦੇ ਕੋਈ ਵੀ ਦੁਕਾਨ ਤੇ, ਕਿਸੇ ਵੀ ਦੁਕਾਨ ਤੇ ਤੁਸੀਂ ਜਾ ਕੇ ਉਹਨਾਂ ਨੂੰ ਤਾਕਤ ਵਾਲੇ ਵਿਟਾਮਿਨ ਦੇ ਦਿਓ, ਇਸ ਤਰ੍ਹਾਂ ਹੀ ਆ। ਉਹ ਤੁਸੀਂ ਨਾਲ ਨਾਲ ਚਲਾਉਂਦੇ ਜਾਣਾ ਜੇ। ਉਹਦੀ ਚਲਾਉਣ ਦੀ ਕੋਈ ਤਰਤੀਬ ਸਾਡੇ ਦੋਸਤਾਂ ਨੂੰ ਦੱਸ ਦਿਓ। ਉਹਦੀ ਤਰਤੀਬ ਇਹ ਹੁੰਦੀ ਹੈ ਕਿ ਇੱਕ ਡੱਬਾ 5-6 ਲੀਟਰ ਵਾਲਾ ਹੁੰਦਾ, ਉਹ 'ਚ 5 ਗ੍ਰਾਮ ਪਾ ਛੜੋ, ਠੀਕ ਹੈ, ਤੇ ਬੜਾ 5 ਇੱਕ ਚਮਚਾ ਚਾਹ ਵਾਲਾ ਅੱਧਾ ਚਮਚਾ ਪਾ ਛੜਿਆ, ਠੀਕ ਹੈ। ਉਹ ਤੇ ਜਦੋਂ ਦੇਣਾ ਡਾਕਟਰ ਨੇ ਦੇਣਾ ਜਾਂ ਜਿਹਨੇ ਵੀ ਦੇਣਾ ਉਹਨੇ ਵੀ ਦੱਸ ਸਮਝਾ ਦੇਣਾ ਕਿ ਤੁਸੀਂ ਇਸ ਤਰੀਕੇ ਨਾਲ ਇਸਤੇਮਾਲ ਕਰਨਾ। ਦੋਸਤੋ ਤੁਸੀਂ ਇਸੇ ਤਰੀਕੇ ਨਾਲ ਅਗਰ ਤੁਸੀਂ ਮਤਲਬ ਕਿ ਕਰਦੇ ਰਹੋਗੇ ਤਾਂ ਅੱਲਾ ਖੈਰ ਕਰੇ, ਤੁਸੀਂ ਆਂਡੇ ਵਾਲੀ ਮੁਰਗੀ ਦੇ ਵਿੱਚ ਕਾਮਯਾਬ ਰਹੋਗੇ। ਤੇ ਦੋਸਤੋ ਕਿਸ ਤਰ੍ਹਾਂ ਲੱਗੀ ਜੇ ਵੀਡੀਓ ਅਗਰ ਅੱਛੀ ਲੱਗਦੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ। ਇਸ ਨੂੰ ਤੁਸੀਂ ਜ਼ਿਆਦਾ ਚਾਹਾਂਗੇ। ਅੱਲਾ ਹਾਫਿਜ਼।